Good morning, students. This is Rajbrinder from Guru Nanak Public Senior Secondary School रईया। ਬੱਚਿਓ ਆਪਾਂ ਇਲੈਕਟ੍ਰੋਕੈਮਿਸਟਰੀ ਦਾ ਯੂਨਿਟ ਕਰਦੇ ਪਏ ਆ ਤੇ ਆਪਾਂ ਸੈੱਲ ਬਾਰੇ ਪੜ੍ਹ ਚੁੱਕੇ ਆ। ਈ ਸੈੱਲ ਕਿੱਦਾਂ ਕੱਢੀਦਾ ਉਹ ਪੜ੍ਹ ਚੁੱਕੇ ਆ। ਰਿਪਰੈਜ਼ੈਂਟੇਸ਼ਨ ਆਫ ਸੈੱਲ ਪੜ੍ਹ ਚੁੱਕੇ ਆ। ਸੈੱਲ ਤੋਂ ਰਿਐਕਸ਼ਨ ਕਿੱਦਾਂ ਲਿਖਣੀ ਉਹ ਪੜ੍ਹ ਚੁੱਕੇ ਤੇ ਰਿਐਕਸ਼ਨ ਤੋਂ ਸੈੱਲ ਕਿੱਦਾਂ ਬਣਾਉਣਾ ਉਹ ਵੀ ਪੜ੍ਹ ਚੁੱਕੇ ਆ। ਤੇ ਅੱਜ ਆਪਣਾ ਇੱਕ ਬੜਾ ਇੰਪੋਰਟੈਂਟ ਟੌਪਿਕ ਆ ਸਟੈਂਡਰਡ ਹਾਈਡਰੋਜਨ ਇਲੈਕਟ੍ਰੋਡ। ਸ਼ੀ ਨਾਲ ਵੀ ਇਹਨੂੰ ਰਿਪਰੈਜ਼ੈਂਟ ਕਰੀਦਾ ਵਾ ਸਟੈਂਡਰਡ ਹਾਈਡਰੋਜਨ ਇਲੈਕਟ੍ਰੋਡ। ਆਪਾਂ ਇੱਕ ਇੱਦਾਂ ਦੀ ਇਲੈਕਟ੍ਰੋਡ ਤਿਆਰ ਕਰਨੀ ਆ ਜਿਹਦੀ ਵੈਲਿਊ ਸਾਨੂੰ ਪਹਿਲਾਂ ਹੀ ਪਤਾ ਹੋਵੇ, ਜਿਹਦਾ ਈ ਸੈੱਲ ਸਾਨੂੰ ਪਹਿਲਾਂ ਪਤਾ ਹੋਵੇ ਵੀ ਇਹਦਾ ਕਿੰਨਾ ਹੋਊਗਾ, ਭਾਵੇਂ ਉਹਨੂੰ ਅਨੋਡ 'ਤੇ ਲਾ ਲਓ ਭਾਵੇਂ ਉਹਨੂੰ ਕੈਥੋਡ 'ਤੇ ਲਾ ਲਓ। ਕਿਉਂਕਿ ਆਪਾਂ ਕੱਲ੍ਹ ਇੱਕ ਚੀਜ਼ ਲਿਖੀ ਸੀ ਵੀ ਕਿਸੇ ਸਿੰਗਲ ਇਲੈਕਟ੍ਰੋਡ ਤੋਂ ਆਪਾਂ ਈ ਸੈੱਲ ਨਹੀਂ ਕੱਢ ਸਕਦੇ, ਸਾਨੂੰ ਕਿੰਨੀਆਂ ਇਲੈਕਟ੍ਰੋਡ ਚਾਹੀਦੀਆਂ ਹੁੰਦੀਆਂ, 2 ਚਾਹੀਦੀਆਂ ਹੁੰਦੀਆਂ। ਅਤੇ ਜੇ ਇਹ ਵੀ ਸਾਡੇ ਕੋਲ ਇੱਕ ਹੋਊਗੀ ਤਾਂ ਦੂਜੀ ਦਾ ਆਪੇ ਪਤਾ ਲੱਗ ਜਾਣਾ। ਹੁਣ ਇਹਨੂੰ ਪੜ੍ਹਾਉਂਦੇ ਕਿੱਦਾਂ? ਸਭ ਤੋਂ ਪਹਿਲਾਂ ਕੀ ਲਿਆ ਜਾਂਦਾ, ਇੱਕ ਗਲਾਸ ਯਾਰ ਲਿਆ ਜਾਂਦਾ। ਇਸ ਤਰ੍ਹਾਂ ਦੀ ਨਾ ਇੱਕ ਟਿਊਬ ਹੁੰਦੀ ਆ, ਇੱਕ ਜਗ੍ਹਾ ਤੋਂ ਓਪਨ ਰੱਖਿਆ ਜਾਂਦਾ ਇਹਨੂੰ ਥੋੜਾ ਕੁ, ਆ ਤੇ ਕੋਈ ਹੋ ਗਈ ਮੰਨ ਲਓ ਗਲਾਸ ਟਿਊਬ ਹੋ ਗਈ, ਗਲਾਸ ਟਿਊਬ ਹੋ ਗਈ। ਹੁਣ ਇਹਦੇ ਵਿੱਚ ਆਪਾਂ ਕੀ ਕਰਨਾ ਹੁੰਦਾ, ਜਿੱਦਾਂ ਇੱਥੇ ਨਾ ਇੱਦਾਂ ਦਾ ਸਲਿਊਸ਼ਨ ਭਰਿਆ ਹੁੰਦਾ ਵਾ ਜਿਹਦੇ 'ਚ ਹਾਈਡਰੋਜਨ ਆਉਂਦਾ ਹੋਵੇ। HCl ਹੋ ਸਕਦਾ, H2SO4 ਹੋ ਸਕਦਾ, HNO3 ਹੋ ਸਕਦਾ। ਬਸ ਕੰਡੀਸ਼ਨ ਕੀ ਉਹਦੇ 'ਚ ਹਾਈਡਰੋਜਨ ਆਉਣਾ ਚਾਹੀਦਾ। ਹੁਣ ਇੱਥੇ ਆਪਾਂ ਸਿਰਫ ਮੈਂ ਇਹੋ ਲਿਖੂੰਗਾ ਵੀ ਇੱਥੇ ਜਿਹੜਾ ਆਇਨ ਆ ਉਹ H+ ਹੈਗਾ। ਇਹ H+ ਹੋ ਸਕਦਾ HCl ਤੋਂ ਆਇਆ ਹੋਵੇ, ਇਹ H+ ਹੋ ਸਕਦਾ H2SO4 ਤੋਂ ਆਇਆ ਹੋਵੇ, ਕਿਤੋਂ ਵੀ ਆਵੇ ਵੀ ਆ ਜਿਹੜਾ ਇੱਥੇ ਸਲਿਊਸ਼ਨ ਭਰਿਆ ਵਾ ਉਹਦੇ ਵਿੱਚ ਹਾਈਡਰੋਜਨ ਆਇਨ ਹੋਣਾ ਚਾਹੀਦਾ। ਅਤੇ ਉਹ ਹੁਣ ਆਪਾਂ ਕਿਹੜੀ ਬਣਾਉਣ ਲੱਗੇ, ਸਟੈਂਡਰਡ। ਫਿਰ ਉਹਦੀ ਮਲੈਰਿਟੀ ਕਿੰਨੀ ਹੋਣੀ ਚਾਹੀਦੀ, 1 ਮੋਲਰ। ਅਤੇ ਇਹ ਕੋਈ ਐਸਿਡਿਕ ਸਲਿਊਸ਼ਨ ਹੀ ਹੋ ਗਿਆ ਵੀ ਜਿਹ 'ਚ ਹਾਈਡਰੋਜਨ ਆਉਂਦਾ ਪਿਆ, ਫਿਰ ਮੈਂ ਇੱਥੇ ਬ੍ਰੈਕਟ 'ਚ ਐਸਿਡਿਕ ਸਲਿਊਸ਼ਨ ਕਹਿ ਦਿੰਦਾ। ਹੁਣ ਜੇ ਇਹ ਸਲਿਊਸ਼ਨ ਦਾ ਤੇ ਆਪਾਂ ਕੰਮ ਨਿਬੇੜਤਾ, ਹੁਣ ਆ ਜਿਹੜੀ ਆਊਟਲੈਟ ਜੀ ਰੱਖੀ ਆ ਜਾਂ ਇਨਲੈਟ ਕਹਿ ਲਓ, ਜਿਹਦੀ ਆਪਾਂ ਕੋਈ ਚੀਜ਼ ਪਾਉਣੀ ਆ, ਇਹਦੀ ਕਿਹੜੀ ਚੀਜ਼ ਪਾਉਣੀ ਆ, ਹਾਈਡਰੋਜਨ ਗੈਸ। ਹਾਈਡਰੋਜਨ ਗੈਸ ਅਤੇ ਜਿਹਦਾ ਪ੍ਰੈਸ਼ਰ ਕਿੰਨਾ ਰੱਖਣਾ, 1 atm। ਹਾਈਡਰੋਜਨ ਦੀ ਗੱਲ ਹੋਈ ਜਾਣੀ ਆ, ਅਤੇ ਜੇ ਨਾਲ ਇੱਥੇ ਸਟੈਂਡਰਡ ਵਰਡ ਲੱਗਾ ਵਾ ਅਤੇ ਕੰਡੀਸ਼ਨਸ ਸਟੈਂਡਰਡ ਹੀ ਰੱਖਣੀ ਆ। 1 atm ਪ੍ਰੈਸ਼ਰ ਹੋ ਗਿਆ, 1 ਮੋਲਰ ਕੰਸਨਟ੍ਰੇਸ਼ਨ ਹੋ ਗਈ, ਇਹੋ ਜਿਹੀਆਂ ਚੀਜ਼ਾਂ। ਹੁਣ ਇੱਥੇ ਇਲੈਕਟ੍ਰੋਡ ਦਾ ਮਤਲਬ ਤਾਂ ਹੁੰਦਾ ਸੀ ਨਾ ਵੀ ਕੋਈ ਰੋਡ ਜੀ ਹੋ ਗਈ ਮੈਟਲ ਦੀ, ਜਿਹਦੇ ਉੱਪਰ ਪਲੱਸ ਮਾਈਨਸ ਹੁੰਦਾ, ਉਹਨੂੰ ਅੱਗੇ ਕਿਸੇ ਨਾਲ ਜੋੜ ਦੇਈਦਾ। ਇੱਥੇ ਕਿੱਦਾਂ ਤਾਰ ਲਾਈਏ, ਹਾਂ ਇਹ ਤਾਂ ਗੈਸ ਆ, ਇੱਕ ਗੈਸ ਨੂੰ ਕਿੱਦਾਂ ਕਿਸੇ ਨਾਲ ਜੋੜੀਏ। ਇੱਥੇ ਆਪਾਂ ਕੀ ਕੀਤਾ, ਆਪਾਂ ਇੱਕ ਤਾਰ ਪਾਈ ਇੱਧਰ ਦੀ, ਇੱਥੇ ਛੋਟਾ ਜਿਹਾ ਹੋਲ ਹੋਊਗਾ, ਉਹਦੀ ਇੱਕ ਪਲੈਟੀਨਮ ਵਾਇਰ ਪਾਈ। ਪਲੈਟੀਨਮ ਵਾਇਰ ਜਿਹੜੀ ਇਨਰਟ ਹੁੰਦੀ ਆ, ਅਤੇ ਇਹਦੇ ਨਾਲ ਇੱਕ ਲਟਕਾਤਾ ਪਲੈਟੀਨਮ ਫੋਇਲ। ਆ ਟੁਕੜਾ ਜਿਹਾ ਫੋਇਲ ਹੁੰਦਾ, ਟੁਕੜਾ ਜਿਹਾ ਇੱਕ, ਇਹ ਹੈਗਾ ਵਾ ਪਲੈਟੀਨਮ ਫੋਇਲ ਕਹਿ ਦਿੰਦਾ, ਪਲੈਟੀਨਮ ਫੋਇਲ। ਆਹ ਚੀਜ਼ ਲਟਕਾਤੀ, ਆ ਜਿਹੜੀ ਹਾਈਡਰੋਜਨ ਗੈਸ ਇਹਦੇ ਆਲੇ ਦੁਆਲੇ ਚਿਪਕੂਗੀ, ਇਸ ਤਰ੍ਹਾਂ ਜੁੜੂਗੀ। ਅਤੇ ਇਹ ਤਾਰ ਜਿਹੜੀ ਆ ਇਹਦਾ ਕਨੈਕਸ਼ਨ ਜਿੱਧਰ ਮਰਜ਼ੀ ਦੇ ਦਿਓ। ਜੇ ਇਹਨੂੰ ਅਨੋਡ ਦੀ ਤਰ੍ਹਾਂ ਵਰਤੋਗੇ ਇਹ 'ਤੇ ਨੈਗੇਟਿਵ ਚਾਰਜ ਆਊਗਾ, ਜੇ ਇਹਨੂੰ ਕੈਥੋਡ ਦੀ ਤਰ੍ਹਾਂ ਵਰਤੋਗੇ ਇਹਦੇ 'ਤੇ ਪੋਜ਼ੀਟਿਵ ਚਾਰਜ ਆਊਗਾ। ਆ ਇੱਕ ਸਾਡੇ ਕੋਲ ਇਲੈਕਟ੍ਰੋਡ ਤਿਆਰ ਹੋਊਗੀ। ਕੰਡੀਸ਼ਨ ਯਾਦ ਰੱਖ ਲਿਓ, ਪਹਿਲੋਂ ਇੱਕ ਕੱਚ ਜਿਹੇ ਦਾ ਟੁਕੜਾ ਲੈਣਾ, ਉਹਦੇ 'ਚ ਕੋਈ ਐਸਿਡਿਕ ਸਲਿਊਸ਼ਨ ਪਾਉਣਾ, ਅਤੇ ਉਹਦੇ ਇੱਕ ਜਿੱਥੇ ਓਪਨਿੰਗ ਰੱਖੀ ਉੱਧਰ ਦੀ ਹਾਈਡਰੋਜਨ ਗੈਸ ਵੀ ਪਾਵਾਂਗੇ। ਅਤੇ ਫਿਰ ਕਨੈਕਸ਼ਨ ਦੇਣ ਦੇ ਲਈ ਇੱਕ ਮੈਟਲ ਦੀ ਲੋੜ ਸੀ, ਅਤੇ ਮੈਟਲ ਉਹ ਲਿਆ ਜਿਹੜਾ ਰਿਐਕਸ਼ਨ ਨਾ ਕਰੇ, ਇਨਰਟ ਹੁੰਦਾ, ਪਲੈਟੀਨਮ ਦਾ ਮੈਟਲ ਲਿਆ, ਪਲੈਟੀਨਮ ਦੀ ਤਾਰ ਲਈ, ਅਤੇ ਇਹਨੂੰ ਤੁਸੀਂ ਅਨੋਡ ਦੀ ਤਰ੍ਹਾਂ ਵੀ ਵਰਤ ਸਕਦੇ ਅਤੇ ਕੈਥੋਡ ਦੀ ਤਰ੍ਹਾਂ ਵੀ ਵਰਤ ਸਕਦੇ। ਫਿਰ ਆਪਾਂ ਇੱਥੇ ਇੱਕ ਗੱਲ ਕਹਿ ਸਕਦੇ ਹਾਂ, ਜਿੱਦਾਂ ਆਪਾਂ ਸ਼ੁਰੂ 'ਚ ਗਲਵੈਨਿਕ ਸੈੱਲ ਕੀਤਾ, ਉਹਦੇ 'ਚ ਅਨੋਡਿਕ ਪਾਰਟ ਵੀ ਸੀ ਅਤੇ ਕੈਥੋਡਿਕ ਪਾਰਟ ਵੀ। ਇੱਕ ਨੂੰ ਕਹੀਦਾ ਸੀ ਆਕਸੀਡੇਸ਼ਨ ਹਾਫ ਸੈੱਲ, ਇੱਕ ਨੂੰ ਕਹੀਦਾ ਸੀ ਰਿਡਕਸ਼ਨ ਹਾਫ ਸੈੱਲ। ਫਿਰ ਇਹ ਹਾਫ ਸੈੱਲ ਹੀ ਆ, ਇਹਨੂੰ ਅਨੋਡ ਦੀ ਤਰ੍ਹਾਂ ਵੀ ਵਰਤ ਸਕਦੇ ਅਤੇ ਕੈਥੋਡ ਦੀ ਤਰ੍ਹਾਂ ਵੀ ਵਰਤ ਸਕਦੇ। ਆਪਾਂ ਕੀ ਕਵਾਂਗੇ, ਆਪਾਂ ਇੱਥੇ ਲਿਖ ਸਕਦੇ ਹਾਂ ਦਿਸ
this is a half cell. Half cell behave as cathode as well as anode. ਬਿਹੇਵ ਐਸ ਕੈਥੋਡ ਐਂਡ ਐਨੋਡ, ਜਿੱਦਾਂ ਮਰਜ਼ੀ ਇਹਨੂੰ ਵਰਤੋ। ਹੁਣ ਜੇਕਰ ਮੈਂ ਇਹਨੂੰ ਵਰਤਦਾ ਪਿਆ ਐਸ ਕੈਥੋਡ, ਕੈਥੋਡ ਤੇ ਕੈਥੋਡ ਦਾ ਮਤਲਬ ਹੁੰਦਾ ਵਾ ਰਿਡਕਸ਼ਨ ਹੋਣਾ ਕੈਥੋਡ ਤੇ। ਰਿਡਕਸ਼ਨ ਦਾ ਮਤਲਬ ਹੁੰਦਾ ਵਾ ਗੇਨ ਆਫ ਇਲੈਕਟ੍ਰੋਨ, ਗੇਨ ਆਫ ਇਲੈਕਟ੍ਰੋਨ। ਫਿਰ ਜਿਹੜਾ ਹਾਈਡਰੋਜਨ ਆ, ਕਿਉਂਕਿ ਇਹ 'ਚ ਹਾਈਡਰੋਜਨ ਹੀ ਇਨਵੋਲਵ ਆ, ਉਹ ਇਹਨਾਂ ਦੋਨਾਂ 'ਚੋਂ ਕਿਹੜਾ ਚੁਣਨਾ ਜਿਹਨੇ ਇਲੈਕਟ੍ਰੋਨ ਗੇਨ ਕਰਨੇ। H+ ਲਿਖਾਂਗੇ, ਇਹਨੇ ਇੱਕ ਇਲੈਕਟ੍ਰੋਨ ਗੇਨ ਕੀਤਾ ਤੇ H ਬਣ ਗਿਆ। ਤੇ ਸਾਨੂੰ ਪਤਾ ਕੱਲਾ H ਪੋਸੀਬਲ ਨਹੀਂ ਹੈਗਾ, ਡਾਈ ਅਟੋਮਿਕ ਮੋਲੀਕਿਊਲ ਹੈ। ਇੱਥੇ ਪੈਰ 'ਚ 2 ਪਊਗਾ, ਇੱਥੇ 2 ਆਊਗਾ ਤੇ ਇੱਥੇ 2 ਆਊਗਾ। ਕੈਥੋਡ ਦੀ ਗੱਲ ਹੋ ਗਈ। ਤੇ ਜੇਕਰ ਮੈਂ ਗੱਲ ਕਰਾਂ ਐਸ ਐਨੋਡ, ਇਹਨੂੰ ਮੈਂ ਵਰਤਦਾ ਐਸ ਐਨੋਡ ਦਾ ਮਤਲਬ ਆ ਆਕਸੀਡੇਸ਼ਨ, ਤੇ ਆਕਸੀਡੇਸ਼ਨ ਦਾ ਮਤਲਬ ਹੁੰਦਾ ਵਾ ਲਾਸ ਆਫ ਇਲੈਕਟ੍ਰੋਨ, ਲਾਸ ਆਫ ਇਲੈਕਟ੍ਰੋਨ। ਹੁਣ ਇੱਥੇ ਵੀ ਕੀ ਹੋਊਗਾ, ਇੱਥੇ ਇਲੈਕਟ੍ਰੋਨ ਦਾ ਲਾਸ ਇਹਨੇ ਕਰਨਾ, ਜਿੱਦਾਂ H2 ਆ, ਇਹ H+ ਵਿੱਚ ਬਦਲਿਆ, ਇੱਕ ਇਲੈਕਟ੍ਰੋਨ ਲਾਸ ਕੀਤਾ, ਪਰ ਇਹ ਤੇ 2 ਜਾਣੇ ਹੀ, ਇੱਥੇ ਵੀ 2 ਆਊਗਾ, ਇੱਥੇ ਵੀ 2 ਆਊਗਾ। ਹੁਣ ਜਿਹੜੇ ਮੈਂ ਨੋਟਸ ਭੇਜੂੰਗਾ ਉੱਥੇ ਮੈਂ ਹਾਫ ਲਿਖ ਕੇ ਬੈਲੈਂਸ ਕੀਤਾ, ਕਨਫਿਊਜ਼ ਨਾ ਹੋਇਆ ਕਰੋ, ਬਸ ਚੀਜ਼ ਨੂੰ ਸਮਝਣ ਦੀ ਕੋਸ਼ਿਸ਼ ਕਰਿਆ ਕਰੋ। ਮੈਂ ਇੱਥੇ ਦੱਸ ਦਿੰਦਾ ਦੂਜੇ ਤਰੀਕੇ ਨਾਲ ਵੀ ਉੱਥੇ ਕਿੱਦਾਂ ਦਾ ਲਿਖਿਆ ਹੋਊਗਾ। ਉੱਥੇ ਇੱਦਾਂ ਹੀ H+, ਜਿੱਦਾਂ ਸ਼ੁਰੂ 'ਚ H+ ਹੀ, H+ ਨੇ ਇਲੈਕਟ੍ਰੋਨ ਗੇਨ ਕੀਤਾ ਤੇ H ਵਿੱਚ ਬਦਲਿਆ ਇਸ ਤਰ੍ਹਾਂ। ਤੇ ਮੈਂ ਤੁਹਾਨੂੰ ਹੁਣੇ ਦੱਸ ਚੁੱਕਿਆ ਵੀ H ਵਿੱਚ ਇੱਦਾਂ ਨਹੀਂ ਬਦਲ ਸਕਦਾ, ਵੀ ਇਹ ਡਾਈ ਅਟੋਮਿਕ, ਇਹਦੇ ਪੈਰ 'ਚ ਕੀ ਲੱਗਦਾ 2, ਤੇ ਫਿਰ ਮੈਂ ਬੈਲੈਂਸ ਕਰ ਲਈ ਇੱਧਰ 2 ਲਾਤਾ, ਮੈਂ ਬੈਲੈਂਸ ਕਰ ਲਈ ਇੱਥੇ ਹਾਫ ਵੀ ਹੀ ਲਾ ਸਕਦਾ, ਹਾਫ ਲਾ ਦੋਗੇ ਤਾਂ ਵੀ ਬੈਲੈਂਸ ਹੋ ਜਾਂਦਾ। ਆਹ ਚੀਜ਼ ਤੇ ਆਹ ਚੀਜ਼ ਇੱਕੋ ਹੀ ਹੁੰਦੀ ਆ। ਜੇ ਬੁੱਕ ਤੋਂ ਜਾਂ ਕਿਤੇ ਹੋਰ ਪੜ੍ਹੋ, ਇਹ ਨਾ ਸੋਚੋ ਵੀ ਆਹ ਚੀਜ਼ ਕਿਉਂ ਇੱਦਾਂ ਲਿਖ ਦਿੱਤੀ ਗਈ, ਇੰਨੀ ਕਿਤੇ ਸਾਨੂੰ ਹੁਣ ਸਮਝ ਰਹਿਣੀ ਚਾਹੀਦੀ ਵੀ ਦੋਨਾਂ 'ਚੋਂ ਜਿਹੜਾ ਮਰਜ਼ੀ ਤੁਸੀਂ ਲਿਖ ਸਕਦੇ। ਦੂਜਾ ਜਿੱਦਾਂ ਕਿ ਸੀ H2 ਇਹ H+ ਤੇ ਇਲੈਕਟ੍ਰੋਨ ਲਾਸ ਕੀਤਾ ਤੇ ਮੈਂ ਇੱਥੇ ਹਾਫ ਲਾ ਸਕਦਾ ਸੀ। ਆਹ ਹੋ ਗਈ ਕੈਥੋਡ ਦੀ ਕੰਡੀਸ਼ਨ ਰਿਐਕਸ਼ਨ, ਤੇ ਆ ਹੋ ਗਈ ਐਨੋਡ ਦੀ ਰਿਐਕਸ਼ਨ, ਜਿਹੜੀ ਮਰਜ਼ੀ ਲਿਖ ਸਕਦੇ ਹਾਂ ਆਪਾਂ, ਠੀਕ ਹੈ। ਹੁਣ ਇੱਥੇ ਯਾਦ ਕੀ ਰੱਖਣ ਵਾਲਾ, ਇੱਥੇ ਇੱਕ ਚੀਜ਼ ਕਦੀ ਨਾ ਭੁੱਲਿਓ ਵੀ ਭਾਵੇਂ ਇਸ ਤਰ੍ਹਾਂ ਵਰਤੋ ਭਾਵੇਂ ਇਸ ਤਰ੍ਹਾਂ ਵਰਤੋ, ਇਹਦੀ E0 ਵੈਲਿਊ ਹਮੇਸ਼ਾ ਕੀ ਹੋਣੀ ਜੇ 0। ਹਾਈਡਰੋਜਨ ਵਾਲੇ ਕੇਸ ਵਿੱਚ E0 ਵੈਲਿਊ ਹਮੇਸ਼ਾ ਕੀ ਹੋਣੀ ਆ 0। ਤੇ ਤਾਂ ਹੀ ਆਪਾਂ ਇਹਨੂੰ ਕਹੀਦਾ ਵਾ, ਆਪਾਂ ਇੱਥੇ ਲਿਖ ਸਕਦੇ ਹਾਂ ਇਟਸ, ਆ ਜਿਹੜੀ ਚੀਜ਼ ਮੈਂ ਲਿਖਣ ਲੱਗਾ, ਇਟਸ ਸਟੈਂਡਰਡ ਇਲੈਕਟ੍ਰੋਡ potential, its standard electrode potential is always 0. its standard electrode potential is always 0। ਹੁਣ ਇਹਦਾ ਫਾਇਦਾ ਕੀ ਹੋਊਗਾ, ਮੰਨ ਲਓ ਸਾਡੇ ਕੋਲ ਇੱਕ ਸੈੱਲ ਹੁੰਦਾ, ਹੁਣ ਇੱਥੇ ਆਪਾਂ ਰੋਡ ਪਾਉਨੇ ਇੱਕ, ਇੱਥੇ ਆਪਾਂ ਉਹ ਲਾ ਦਿੰਨੇ ਸਟੈਂਡਰਡ ਹਾਈਡਰੋਜਨ ਇਲੈਕਟ੍ਰੋਡ, ਉਹ ਇੱਥੇ ਓਪਨਿੰਗ ਆ, ਇੱਧਰ ਦੀ ਹਾਈਡਰੋਜਨ ਗੈਸ ਪਾਉਣੇ ਪਏ ਆ, ਪਲੈਟੀਨਮ ਵਾਇਰ ਆ, ਤੇ ਇੱਥੇ ਸੋਲਿਊਸ਼ਨ ਐਸਿਡਿਕ ਸੋਲਿਊਸ਼ਨ, ਜਿਹ 'ਚ H+ ਤੁਰਿਆ ਫਿਰਦਾ, ਪਲੈਟੀਨਮ ਦਾ ਇੱਕ ਟੁਕੜਾ ਇੱਥੇ ਵੀ ਲਾਤਾ, ਤੇ ਆਹ ਵਾਇਰ ਦਾ ਕਨੈਕਸ਼ਨ। ਤੇ ਜਿਹੜਾ ਰਾਈਟ ਵਾਲੇ ਪਾਸੇ ਹੁੰਦਾ, ਹੁਣ ਇਹਨੂੰ ਕਿੱਦਾਂ ਵਰਤਦੇ ਪਏ ਐਸ ਆ ਕੈਥੋਡ। ਤੇ ਆਹ ਜਿਹੜੀ ਰੋਡ ਹੈ ਪਤਾ ਨਹੀਂ ਕੌਣ ਆ, ਇਹ ਅਨਨੋਨ ਆ, ਸਾਨੂੰ ਇਹਦੇ ਬਾਰੇ ਨਹੀਂ ਪਤਾ। ਤੇ ਆਪਾਂ ਇੱਥੇ ਲਾਇਆ ਗਲਵੈਨੋਮੀਟਰ ਤੇ ਸਾਨੂੰ ਰੀਡਿੰਗ ਪਤਾ ਲੱਗ ਗਈ 1.1 ਵੋਲਟ। ਹੁਣ ਆਪਾਂ ਇਹਦਾ E ਪਤਾ ਕਰਨਾ ਜੀ, ਅਨਨੋਨ ਦਾ E ਕਹਿ ਲਓ V ਕਹਿ ਲਓ, ਇੱਕੋ ਚੀਜ਼ ਆ। ਆਪਾਂ ਆਹ ਚੀਜ਼ ਪਤਾ ਕਰਨੀ, ਪੋਟੈਂਸ਼ੀਅਲ ਪਤਾ ਕਰਨਾ। ਇਹਦਾ ਤੇ ਸਾਨੂੰ ਪੋਟੈਂਸ਼ੀਅਲ ਪਤਾ ਕਿੰਨਾ ਹੁੰਦਾ 0, ਇਹਦਾ ਪੋਟੈਂਸ਼ੀਅਲ ਪਤਾ ਕਰਨਾ। ਆਪਾਂ ਕੀ ਕਰਦੇ ਹੁੰਦੇ, ਆਪਾਂ ਲਿਖਦੇ ਨੇ ਨਾ E ਸੈੱਲ ਇਜ਼ ਇਕੁਅਲ ਟੂ E ਕੈਥੋਡ ਮਾਈਨਸ E ਐਨੋਡ। ਹੁਣ ਇਹ ਕੈਥੋਡ ਤੇ ਲਾਇਆ, ਕੈਥੋਡ ਤੇ ਇਹਦੀ ਵੈਲਿਊ ਕਿੰਨੀ ਹੁੰਦੀ 0,
ਤੇ ਮਾਈਨਸ ਦੂਜੇ ਵਾਲਾ ਜਿਹੜਾ ਵਾ ਉਹ ਕਿੱਥੇ ਲਾਇਆ ਆਪਾਂ ਐਨੋਡ ਤੇ ਉਹਦੀ ਵੈਲਿਊ ਤੇ ਆਪਾਂ ਲੱਭਣੀ ਆ ਤੇ ਇਹ ਆਪਾਂ ਈ ਐਨੋਡ ਲਿਖ ਦਾਂਗੇ ਜਿਹੜਾ ਆ ਲੱਭਣਾ ਆਪਾਂ ਤੇ ਈ ਸੈੱਲ ਦੀ ਵੈਲਿਊ ਉੱਪਰ ਗਲਵੈਨੋਮੀਟਰ ਦੱਸਦਾ ਪਿਆ 1.1 ਤੇ ਈ ਕਿੰਨਾ ਆ ਗਿਆ -1.1 ਵੋਲਟ। ਇਸ ਤਰ੍ਹਾਂ ਵੀ ਆ ਸਕਦਾ, ਜਿੱਦਾਂ ਮਰਜ਼ੀ ਕਰ ਸਕਦੇ। ਤੇ ਜੇ ਇਹਨੂੰ ਇੱਧਰ ਲਾ ਦਿੰਨੇ ਤੁਸੀਂ ਐਨੋਡ ਤੇ ਲਾ ਦਿੰਨੇ +1.1 ਵੋਲਟ ਆ ਜਾਣਾ ਸੀ। ਠੀਕ ਹੈ, ਇਹਨੂੰ ਜਿੱਧਰ ਮਰਜ਼ੀ ਤੁਸੀਂ ਵਰਤ ਸਕਦੇ ਆ ਵੀ ਜਿੱਦਾਂ ਇਹ ਚੀਜ਼ ਸਿਰਫ ਮੈਂ ਸਮਝਾਉਣ ਲਈ ਆ। ਨੋਟਸ ਤੇ +1.1 ਵੋਲਟ ਆਉਂਦਾ, ਦੂਜਾ ਕੋਈ ਫਾਰਮੂਲਾ ਵਰਤਿਆ ਤੇ ਇਹਨੂੰ ਇੱਦਾਂ ਵਰਤਿਆ ਹੋਊਗਾ। ਤੁਸੀਂ ਬਸ ਸਮਝ ਲਓ ਵੀ ਜਿਹਨੂੰ ਕੈਥੋਡ ਤੇ ਵਰਤਿਆ ਤਾਂ ਵੀ ਇਹਦੀ ਵੈਲਿਊ 0 ਪਰ ਨਹੀਂ, ਐਨੋਡ ਤੇ ਵਰਤਾਂਗੇ ਤਾਂ ਵੀ। ਮੇਰੇ ਖਿਆਲ ਨਾਲ ਇੱਥੇ ਹੁੰਦਾ ਸੀ ਈ ਐਨੋਡ ਮਾਈਨਸ ਈ ਕੈਥੋਡ, ਤਾਂ ਹੀ ਉੱਥੇ ਪਲੱਸ ਆਉਂਦਾ ਪਿਆ ਆਨਸਰ ਈ ਐਨੋਡ ਮਾਈਨਸ ਈ ਕੈਥੋਡ। ਆ ਮੈਂ ਦੁਬਾਰਾ ਦੱਸ ਦਿੰਦਾ, ਈ ਸੈੱਲ ਹੁੰਦਾ ਹੀ ਈ ਐਨੋਡ ਮਾਈਨਸ ਈ ਕੈਥੋਡ ਤੇ ਐਨੋਡ ਵਾਲੀ ਵੈਲਿਊ ਆਪਾਂ ਲੱਭਣੀ ਹੈ ਤੇ ਕੈਥੋਡ ਵਾਲੀ ਵੈਲਿਊ ਸਾਨੂੰ ਹੈਗੀ, ਸਾਨੂੰ ਇਹਦਾ ਪਤਾ ਈ ਸੈੱਲ ਈ ਕਿਹਦੇ ਬਰਾਬਰ ਹੁੰਦਾ 0 ਦੇ ਤੇ ਈ ਐਨੋਡ ਕਿਹਦੇ ਬਰਾਬਰ ਆ ਗਿਆ 1.1 ਵੋਲਟ ਦੇ। ਠੀਕ ਹੈ, ਅੱਜ ਲਈ ਇੰਨਾ ਹੀ ਰਿਵਾਈਜ਼ ਕਰਿਓ। ਥੈਂਕ ਯੂ ਜੀ।